एक जिद जी केंद्र सरकार ने फड़ के बैठी हुई है कि जिद तुहाडे किसानां दी है कि नहीं, जब तक खेती कानून रद्द नहीं होणगे असीं वापस नहीं जावांगे। ਇਹ ਇਹਨਾਂ ਦਾ ਪਹਿਲੀ ਗੱਲ ਮੋਦੀ ਜੀ ਜਿਨ੍ਹਾਂ ਨੂੰ ਲੋਕ ਪੂਜਦੇ ਨੇ। ਮੋਦੀ ਆ ਤਿੰਨ ਕਾਲੇ ਕਾਨੂੰਨ ਬਣਾ ਕੇ ਤੇ ਲੱਗਾ कि हुण सीधी अदायगी तुहाडे खात्यां दे विच होएगी ਜਦੋਂ ਤੁਸੀਂ ਫਸਲ ਵੇਚੋਗੇ, ਲੇਕਿन ਤੁਹਾਨੂੰ ਜ਼ਮੀਨ ਦਾ ਰਿਕਾਰਡ ਦੇਣਾ ਪਵੇਗਾ। ਇਹਨਾਂ ਨੇ ਸਿੱਧੀ ਜੀ ਸਾਫ਼ ਜੀ ਗੱਲ ਹੈ, ਇਹਨਾਂ ਨੇ ਲੁੱਟਣਾ ਹੀ ਹੈ, ਜਿਹੜੇ ਮਰਜ਼ੀ ਪਾਸੇ ਲੁੱਟ ਲੈਣ। ਇਹ ਅੰਬਾਨੀ ਅਡਾਨੀਆਂ ਨੂੰ ਨਾਲ ਪਿੱਛੇ ਲਈ ਫਿਰਦਾ, ਉਹਨਾਂ ਦਾ ਇੱਕ ਹਿਸਾਬ ਦਾ ਤੁਸੀਂ ਲਾ ਹੀ ਲਓ, ਉਹਨਾਂ ਦੇ ਚਮਚਾ ਹੀ ਹੈ। ਇਹ ਡਰ ਕਿਉਂ ਹੈ ਤੁਹਾਡੇ ਦਿਲਾਂ ਦੇ ਅੰਦਰ ਕਿ ਸਾਰੇ ਕਿਸਾਨਾਂ ਦੇ ਨਾਲ ਜਦੋਂ ਮੈਂ ਗੱਲਬਾਤ ਕਰ ਰਿਹਾ ਤਾਂ ਉਹ ਕਹਿ ਰਹੇ ਨੇ ਕਿ ਮੋਦੀ ਸਾਡੀ ਜ਼ਮੀਨ ਨੂੰ ਖੋ ਰਿਹਾ ਹੈ। ਇਹ ਵਾਲਾ ਡਰ ਕਿੱਥੋਂ ਆਇਆ ਹੈ? ਖੋ ਹੀ ਰਿਹਾ ਜੀ, ਆਪਦੀਆਂ ਹੀ ਮਾਰੀ ਜਾਂਦਾ, ਇਹ ਕਰ ਦੇਂਗੇ ਉਹ ਕਰ ਦੇਂਗੇ। ਜਿਹੜੇ ਨੌਜਵਾਨ ਨੇ ਉਹਨਾਂ ਦਾ ਸਭ ਤੋਂ ਜ਼ਿਆਦਾ ਇਹ ਜਨੂਨ ਰਹਿੰਦਾ ਉਹਨਾਂ ਦੇ ਅੰਦਰ ਕਿ ਉਹ ਬਾਹਰ ਜਾਣ, ਲੇਕਿਨ ਤੁਸੀਂ ਬਾਹਰ ਤੋਂ ਹੁਣ ਇੱਧਰ ਆਏ ਹੋ ਤੇ ਬੜੀਆਂ ਕੋਸ਼ਿਸ਼ਾਂ ਤੋਂ ਬਾਅਦ ਤੁਸੀਂ ਆਸਟ੍ਰੇਲੀਆ ਗਏ ਹੋਵੋਗੇ। ਜਿਹੜੀ ਗੱਲ ਹੈ ਵੀ ਹੋਂਦ ਦੀ ਗੱਲ ਆ ਜਾਂਦੀ ਨਾ ਮੁੜ ਕੇ ਵੀ ਉਹ ਫਿਰ ਖਤਮ ਹੋ ਜਾਏਗੀ ਵੀ ਜਿਹੜੀ ਸਿੱਖ ਜਾਂ ਆਪਣੇ ਪੰਜਾਬੀਆਂ ਦੇ ਵਿੱਚ ਅਣਖ ਉਹ ਮਰ ਜੇਗੀ ਜੇ ਕੰਮ ਸਾਰਾ ਮੋਦੀ ਜਿੱਤ ਜਾਂਦਾ। ਆਸਟ੍ਰੇਲੀਆ ਦੇ ਵਿੱਚ ਕਿਹੋ ਜਿਹਾ ਸੀਨ ਇੱਕ ਕਿਸਾਨ ਅੰਦੋਲਨ ਨੂੰ ਲੈ ਕੇ ਤੁਸੀਂ ਵੇਖਿਆ ਹੋਣਾ? ਉੱਥੇ ਵੀ ਰੈਲੀਆਂ ਕੱਢਨੇ ਅਸੀਂ, ਉੱਥੇ ਵੀ ਮੋਦੀ ਨੂੰ ਛਿੱਤਰ ਹੀ ਪੈਂਦੇ ਨੇ। ਉਹਨਾਂ ਨੂੰ ਪਹਿਲਾਂ ਮੋਦੀ ਨੂੰ ਪੁੱਛੋ ਤੇ ਸਹੀ, ਇਹਦੇ ਫਾਇਦੇ ਕੀ ਨੇ? ਇੱਕ ਵੀ ਫਾਇਦਾ ਗਿਣਾ ਦੇਣ ਸਾਨੂੰ। ਪ੍ਰਾਈਵੇਟ ਸੈਕਟਰ ਲੈ ਜਾਣਗੇ ਉਹ, ਤੇ ਫਿਰ ਕਿਸਾਨ ਕਰੇਗਾ ਕੀ? ਕਰੇ ਵੇਲਾ ਭਾਂਡੇ ਮਾਂਜੇਗਾ। ਮੋਦੀ ਨੇ ਤਾਂ ਬਸ ਆਹ ਕਰਤਾ ਕੰਮ, ਵਾਪਸ ਘਰੇ ਮੁੜ ਜਾਂਦੇ ਆ। ਅਸੀਂ ਕੀ ਮੂੰਹ ਲੈ ਕੇ ਜਾਵਾਂਗੇ? ਫਿਰ ਲੋਕ ਚਿੱਤਰ ਨਾ ਮਾਰਨਗੇ ਸਾਡੇ ਮੂੰਹ ਤੇ। ਇਸ ਵੇਲੇ ਮੈਂ ਸਿੰਘੂ ਬਾਰਡਰ ਦੇ ਉੱਤੇ ਮੌਜੂਦ ਹਾਂ, ਜਿੱਥੇ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ। ਗੱਲ ਕਰੀਏ ਤਾਂ ਪੂਰੇ ਭਾਰਤ ਦੇਸ਼ ਦੇ ਵਿੱਚੋਂ ਇੱਥੇ ਕਿਸਾਨ ਪੁੱਜੇ ਹੋਏ ਨੇ, ਲੇਕਿਨ ਖਾਸ ਕਰ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਦੀ ਗਿਣਤੀ ਇੱਥੇ ਸਭ ਤੋਂ ਜ਼ਿਆਦਾ ਤੇ ਹਰਿਆਣਾ ਦੇ ਕਿਸਾਨਾਂ ਦੀ ਵੀ। ਲੇਕਿਨ ਹੁਣ ਮੈਂ ਅੱਜ ਤੁਹਾਨੂੰ ਜਿਹੜੇ ਕਿਸਾਨ ਦੇ ਨਾਲ ਮਿਲਾਉਣ ਜਾ ਰਹੇ ਹਾਂ, ਜਿਹੜੇ ਨੌਜਵਾਨ ਕਿਸਾਨ ਦੇ ਨਾਲ ਮਿਲਾਉਣ ਜਾ ਰਹੇ, ਇਹ ਕਿਸਾਨ ਬਹੁਤ ਫੇਮਸ ਨੇ, ਬਹੁਤ ਖਾਸ ਅਹਿਮੀਅਤ ਰੱਖਦੇ ਨੇ ਉਹ ਵੀ ਕਿਸਾਨੀ ਅੰਦੋਲਨ ਵਾਸਤੇ, ਕਿਉਂਕਿ ਇਹ ਜਿਹੜੇ ਕਿਸਾਨ ਨੇ ਪਟਿਆਲਾ ਦੇ ਰਹਿਣ ਵਾਲੇ ਨੇ, ਲੇਕਿਨ ਆਸਟ੍ਰੇਲੀਆ ਤੋਂ ਆਏ ਨੇ ਖੁਦ, ਤੇ ਸਿਰਫ ਇਹ ਕਿਸਾਨੀ ਅੰਦੋਲਨ ਦੇ ਕਾਰਨ ਆਸਟ੍ਰੇਲੀਆ ਤੋਂ ਆਏ ਨੇ ਤੇ ਕਿਸਾਨੀ ਅੰਦੋਲਨ ਨੂੰ ਆਪਣੀ ਹਮਾਇਤ ਦੇ ਰਹੇ ਨੇ। ਭਾਈ ਤੁਸੀਂ ਆਸਟ੍ਰੇਲੀਆ ਤੋਂ ਆਏ ਹੋ, ਕਿਵੇਂ ਤੁਹਾਡਾ ਮਨ ਬਣਿਆ ਕਿ ਨਹੀਂ ਹੁਣ ਤਾਂ ਕਿਸਾਨੀ ਅੰਦੋਲਨ ਤੇ ਮੈਂ ਜਾਣਾ ਹੀ ਹੈ, ਆਸਟ੍ਰੇਲੀਆ ਛੱਡ ਕੇ ਤੁਸੀਂ ਹੁਣ ਕਿਸਾਨੀ ਅੰਦੋਲਨ ਤੇ ਆਏ ਹੋ? ਕਿਉਂਕਿ ਜੀ ਮੈਂ ਵੀ ਇੱਕ ਜੱਟ ਪਰਿਵਾਰ ਤੋਂ ਬਿਲੋਂਗ ਕਰਦਾ, ਮੈਨੂੰ ਵੀ ਲੱਗਾ ਵੀ ਮੈਂ ਜਾ ਕੇ ਹਿੱਸਾ ਪਾਵਾਂ ਆਪਦਾ, ਵੀ ਜੋ ਫਰਜ਼ ਬਣਦਾ ਆਪਣਾ ਜਾ ਕੇ ਇਹ ਜਿਹੜੇ ਕਾਲੇ ਤਿੰਨ ਕਾਨੂੰਨ ਬਣੇ ਨੇ ਇਹਨਾਂ ਨੂੰ ਰੱਦ ਕਰਵਾਉਣ ਦੇ ਲਈ, ਤੇ ਫਿਰ ਇਹ ਸੋਚ ਕੇ ਮੈਂ ਇੱਥੇ ਆਇਆ ਵੀ ਇਹਨਾਂ ਨੂੰ ਰੱਦ ਕਰਵਾਇਆ ਜਾਏ। ਲੇਕਿਨ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਦਾ ਸਭ ਤੋਂ ਜ਼ਿਆਦਾ ਇਹ ਜਨੂਨ ਰਹਿੰਦਾ ਉਹਨਾਂ ਦੇ ਅੰਦਰ ਕਿ ਉਹ ਬਾਹਰ ਜਾਣ, ਲੇਕਿਨ ਤੁਸੀਂ ਬਾਹਰ ਤੋਂ ਹੁਣ ਇੱਧਰ ਆਏ ਹੋ ਤੇ ਬੜੀਆਂ ਕੋਸ਼ਿਸ਼ਾਂ ਤੋਂ ਬਾਅਦ ਤੁਸੀਂ ਆਸਟ੍ਰੇਲੀਆ ਗਏ ਹੋਵੋਗੇ। ਹਾਂਜੀ ਹਾਂ, ਇਹ ਤਾਂ ਹੈਗਾ ਵੀ ਬਹੁਤ ਕੋਸ਼ਿਸ਼ ਕਰਕੇ ਗਿਆ ਸੀ, ਤੇ ਬਟ ਜਿਹੜੀ ਗੱਲ ਹੈ ਵੀ ਹੋਂਦ ਦੀ ਗੱਲ ਆ ਜਾਂਦੀ ਨਾ ਮੁੜ ਕੇ ਵੀ ਉਹ ਫਿਰ ਖਤਮ ਹੋ ਜਾਏਗੀ ਵੀ ਜਿਹੜੀ ਸਿੱਖ ਜਾਂ ਆਪਣੇ ਪੰਜਾਬੀਆਂ ਦੇ ਵਿੱਚ ਅਣਖ ਉਹ ਮਰ ਜੇਗੀ ਜੇ ਕੰਮ ਸਾਰਾ ਮੋਦੀ ਜਿੱਤ ਜਾਂਦਾ। ਤੇ ਉਹ ਢਾਹ ਨਾ ਲੱਗੇ, ਇਸ ਲਈ ਇਹ ਆਏ ਹਾਂ ਅਸੀਂ ਵੀ ਹੋਰ ਵੀ ਕਿਸਾਨ ਤੇ ਨੌਜਵਾਨ ਇੱਧਰ ਨੂੰ ਮੁੜਨ, ਦੁਬਾਰਾ ਆਉਣ ਤੇ ਵੱਧ ਚੜ੍ਹ ਕੇ ਹਿੱਸਾ ਪਾਉਣ। ਲੇਕਿਨ ਕਿਸਾਨ ਅੰਦੋਲਨ ਦਾ ਲੈ ਕੇ ਇੱਥੇ ਤਾਂ ਕਿਸਾਨ ਅੰਦੋਲਨ ਚੱਲ ਰਿਹਾ, ਬਾਹਰ ਦੇ ਦੇਸ਼ਾਂ ਤੋਂ ਵੀ ਸਾਨੂੰ ਜਿਹੜੀ ਅਸੀਂ ਤਸਵੀਰਾਂ ਵੇਖਦੇ ਨੇ ਉੱਥੇ ਵੀ ਪੂਰੀ ਹਮਾਇਤ ਹੋ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਕਿਹੋ ਜਿਹਾ ਸੀਨ ਇੱਕ ਕਿਸਾਨ ਅੰਦੋਲਨ ਨੂੰ ਲੈ ਕੇ ਤੁਸੀਂ ਵੇਖਿਆ ਹੋਣਾ? ਉੱਥੇ ਦੇ ਪੋਜ਼ਿਟਿਵ ਫੀਲਿੰਗਾਂ ਨੇ ਇਹਦੇ ਬਾਰੇ, ਕਿਸਾਨ ਅੰਦੋਲਨ ਬਾਰੇ। ਉੱਥੇ ਵੀ ਰੈਲੀਆਂ ਕੱਢਨੇ ਅਸੀਂ, ਉੱਥੇ ਵੀ ਮੋਦੀ ਨੂੰ ਛਿੱਤਰ ਹੀ ਪੈਂਦੇ ਨੇ ਤੇ ਉਹਨੂੰ ਗਾਲਾਂ ਵੀ ਕੱਢਦੇ ਨੇ ਲੋਕੀ। ਉਹੀ ਆ ਵੀ ਇਹ ਜੋ ਕਰਦਾ ਵੀ ਉਹ ਗਲਤ ਕਰ ਰਿਹਾ, ਵੀ ਕਿਸਾਨ ਮੋਰਚੇ ਦੇ ਉੱਥੇ ਵੀ ਪੂਰੇ ਉਹ ਨੇ ਵੀ ਜਿੰਦਾਬਾਦ ਹੀ ਕਰਾਉਂਦੇ ਨੇ। ਤੇ ਹੁਣ ਲਗਾਤਾਰ ਜਦ ਤੱਕ ਕਿਸਾਨ ਅੰਦੋਲਨ ਖਤਮ ਨਹੀਂ ਹੁੰਦਾ, ਜਦ ਤੱਕ ਮੰਗਾਂ ਤੁਹਾਡੀਆਂ ਨਹੀਂ ਮੰਨੀਆਂ, ਤੁਸੀਂ ਆਸਟ੍ਰੇਲੀਆ ਨਹੀਂ ਜਾਓਗੇ? ਨਹੀਂ, ਮੈਂ ਇੱਥੇ ਹੀ ਹਾਂ ਜੀ। ਆਪਾਂ ਪੱਕੇ ਡੇਰੇ ਲਾ ਲਏ ਨੇ, ਹੁਣ ਇੱਥੇ ਆ ਗਏ ਹਾਂ, ਆਪ ਟਰਾਲੀ ਬਣਾ ਕੇ ਲਿਆਏ ਹਾਂ ਵੀ ਇੱਥੇ ਰਹਿਣ ਲਈ। ਵੀ ਆਪਾਂ ਸਾਡੇ ਪਿੰਡ ਦੇ ਵਿੱਚੋਂ ਅਸੀਂ ਆ ਸ਼ੁਰੂਆਤ ਕਰਤੀ ਆ ਕੇ ਬਾਹਰੋਂ, ਹੁਣ ਉਮੀਦ ਕਰਦੇ ਹਾਂ ਵੀ ਆਉਣਗੇ ਸਾਡੇ ਪਿੰਡ ਵਾਲੇ ਵੀ। ਤੁਸੀਂ ਨਾਲ ਹੋਏ ਇਹਨਾਂ ਦੇ, ਹੈ ਨਾ, ਆਸਟ੍ਰੇਲੀਆ ਤੋਂ ਆਏ ਨੇ, ਬੜਾ ਮਾਣ ਮਹਿਸੂਸ ਹੁੰਦਾ ਹੋਣਾ ਕਿ ਮੇਰਾ ਇੱਕ ਦੋਸਤ ਹੈ ਜਿਹੜਾ ਆਸਟ੍ਰੇਲੀਆ ਤੋਂ ਖਾਸ ਕਰ ਕਿਸਾਨੀ ਅੰਦੋਲਨ ਵਾਸਤੇ ਆਇਆ। ਲੇਕਿਨ ਗੱਲ ਕਰਦੇ ਹਾਂ ਖੇਤੀ ਕਾਨੂੰਨਾਂ ਨੂੰ ਲੈ ਕੇ, ਕਿਉਂ ਕੇਂਦਰ ਸਰਕਾਰ ਹਾਲੇ ਤੱਕ ਤੁਹਾਡੀ ਨਾ ਮੰਗਾਂ ਨੂੰ ਨਹੀਂ ਮੰਨ ਰਹੀ? ਇੱਕ ਜਿੱਦ ਜਿਹੜੀ ਕੇਂਦਰ ਸਰਕਾਰ ਨੇ ਫੜ ਕੇ ਬੈਠੀ ਹੋਈ ਹੈ ਕਿ ਜਿੱਦ ਤੁਹਾਡੇ ਕਿਸਾਨਾਂ ਦੀ ਹੈ ਕਿ ਨਹੀਂ, ਜਦ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਅਸੀਂ ਵਾਪਸ ਨਹੀਂ ਜਾਵਾਂਗੇ। ਇਹ ਇਹਨਾਂ ਦਾ ਪਹਿਲੀ ਗੱਲ ਮੋਦੀ ਜੀ ਜਿਨ੍ਹਾਂ ਨੂੰ ਲੋਕ ਪੂਜਦੇ ਨੇ, ਉਹਨਾਂ ਨੂੰ ਪਹਿਲਾਂ ਮੋਦੀ ਨੂੰ ਪੁੱਛੋ ਤੇ ਸਹੀ, ਇਹਦੇ ਫਾਇਦੇ ਕੀ ਨੇ? ਇੱਕ ਵੀ ਫਾਇਦਾ ਗਿਣਾ ਦੇਣ ਸਾਨੂੰ। ਸਾਰੇ ਦੇ ਨੁਕਸਾਨ ਹੀ ਨੇ। ਕਿਸਾਨੀ ਜਿਹੜੇ ਕਿਸਾਨ ਹੈ ਉਹਨੇ ਖੇਤੀ ਕਰਨੀ ਤੇ ਖਾਣਾ,
ਗੱਲ ਤੇ ਉਹਦੀ ਸਾਰੀ ਦੀ ਸਾਰੀ ਖੇਤੀ ਦੇ ਉੱਤੇ ਡਿਪੈਂਡ ਹੈ। ਜੇ ਉਹੀ ਖੋਲੇਗਾ ਉਹ ਖਾਏਗਾ ਕੀ ਫਿਰ, ਤੇ ਪੈਸਾ ਕਿੱਥੋਂ ਕਮਾਏਗਾ? ਅਰਨਿੰਗ ਹੀ ਉਹਦੀ ਖੇਤੀ ਤੋਂ ਹੈ। ਤੇ ਮੋਦੀ ਆ 3 ਕਾਲੇ ਕਾਨੂੰਨ ਬਣਾ ਕੇ ਤੇ ਲੱਗਾ ਆਪਦੀਆਂ ਹੀ ਮਾਰੀ ਜਾਂਦਾ, ਇਹ ਕਰ ਦੇਂਗੇ ਉਹ ਕਰ ਦੇਂਗੇ। ਉਹਨੂੰ ਬੰਦਾ ਪੁੱਛਣ ਵਾਲਾ ਤੇ ਹੋਵੇ ਕਿ ਆ ਕੀਤਾ ਕਿਉਂ ਤੇ ਕਿਹਦੀ ਸਲਾਹ ਨਾਲ ਕੀਤਾ। ਇਹ ਅੰਬਾਨੀ ਅਡਾਨੀਆਂ ਨੂੰ ਨਾਲ ਪਿੱਛੇ ਲਈ ਫਿਰਦਾ। ਉਹਨਾਂ ਦਾ ਇੱਕ ਹਿਸਾਬ ਦਾ ਤੁਸੀਂ ਲਾਈ ਲਓ, ਉਹਨਾਂ ਦੇ ਚਮਚੇ ਹੀ ਏ। ਤੇ ਲੇਕਿਨ ਸਰਕਾਰ ਇਹ ਪੁੱਛ ਰਹੀ ਹੈ, ਕਹਿੰਦੀ ਕਿ ਆ ਜਿਹੜਾ 3 ਕਾਨੂੰਨ ਹੈ, ਕਿਸਾਨ ਕਹਿ ਰਹੇ ਨੇ ਕਾਲੇ ਕਾਨੂੰਨ ਨੇ। ਕਾਲੇ ਕਾਨੂੰਨ ਕਹਿੰਦੇ, ਉਹ ਕਹਿੰਦੇ ਕਿ ਕਾਲੇ ਕਾਨੂੰਨ ਹੈ ਹੀ ਨਹੀਂ। ਤੁਸੀਂ ਕਿਸਾਨਾਂ ਤੋਂ ਪੁੱਛੋ ਕਿ ਆਖਿਰ ਕਾਲੇ ਕਿਉਂ ਲੱਗਦੇ ਨੇ ਉਹਨਾਂ ਨੂੰ? ਇਹਨਾਂ ਦਾ ਫਾਇਦਾ ਗਿਣਾਉਣ ਨਾ ਗੱਲ ਤੇ ਫਿਰ ਉੱਥੇ ਆ ਜਾਂਦੀ ਹੈ ਕਿ ਕਿਸਾਨਾਂ ਨੂੰ ਫਾਇਦਾ ਦੱਸਣ। ਇਹਦਾ ਫਾਇਦਾ ਤਾਂ ਦੱਸਦੇ ਹੀ ਨਹੀਂ। ਕਹਿਣਗੇ ਇਹਦੇ ਨਾਲ ਉਹ ਹੋ ਜਾਏਗਾ, ਆ ਹੋ ਜਾਏਗਾ। ਫਾਇਦਾ ਨਹੀਂ ਹੈ ਕੋਈ ਵੀ। ਜਾਂ ਤੇ ਹੋਏ ਨਾ ਫਾਇਦਾ ਦੱਸਣ। ਕਿਸਾਨ ਦੱਸਦੇ ਨੇ ਕਿ ਸਾਡੀ ਰੋਜੀ ਰੋਟੀ ਇਹਦੇ ਤੋਂ ਚੱਲਦੀ ਹੈ। ਜੇ ਰੋਜੀ ਰੋਟੀ ਨਾ ਚੱਲੇ, ਜੇ ਕਿਸਾਨ ਕੋਲ ਜਾਂ ਤਾਂ ਹੋਏ ਕਿ ਦੂਜਾ ਬਿਜ਼ਨਸ ਚੱਲ ਰਿਹਾ ਹੈ ਕਿ ਕਿਸਾਨੀ, ਚਲੋ ਉਹਨਾਂ ਨੂੰ ਦੇ ਦਿੰਦੇ, ਪ੍ਰਾਈਵੇਟ ਕਰ ਦੇਣਗੇ ਉਹ, ਠੀਕ ਹੈ, ਪ੍ਰਾਈਵੇਟ ਸੈਕਟਰ ਲੈ ਜਾਣਗੇ ਉਹ, ਤੇ ਫਿਰ ਕਿਸਾਨ ਕਰੇਗਾ ਕੀ? ਕਰੇ ਵਿਹਲਾ ਭਾਂਡੇ ਮਾਂਜੇਗਾ? ਉਹਨੂੰ ਪੈਸਾ ਕਿੱਥੋਂ ਆਏਗਾ? ਘਰ ਕਿਵੇਂ ਚਲਾਏਗਾ? ਹਰੇਕ ਬੰਦੇ ਦਾ ਘਰ ਹੈ ਆਪਣਾ, ਹਰੇਕ ਗ੍ਰਿਸ਼ਤੀ ਵਾਲਾ ਬੰਦਾ ਕਿਵੇਂ ਚਲਾਊਗਾ ਉਹ? ਲੇਕਿਨ ਇਹਦੇ ਵਿੱਚ ਇੱਕ ਗੱਲ ਇਹ ਸਮਝਣਾ ਚਾਹੁੰਦਾ ਹੈ ਕਿ ਇੱਕ ਤੁਸੀਂ ਨਵੀਂ ਗਾਈਡਲਾਈਨਸ ਦੇਖੀ ਹੋਣੀ FCI ਦੀ ਆਈ ਹੈ ਕਿ ਹੁਣ ਸਿੱਧੀ ਅਦਾਇਗੀ ਤੁਹਾਡੇ ਖਾਤਿਆਂ ਦੇ ਵਿੱਚ ਹੋਏਗੀ ਜਦੋਂ ਤੁਸੀਂ ਫਸਲ ਵੇਚੋਗੇ, ਲੇਕਿਨ ਤੁਹਾਨੂੰ ਜ਼ਮੀਨ ਦਾ ਰਿਕਾਰਡ ਦੇਣਾ ਪਵੇਗਾ। ਇਹ ਵੀ ਜੀ ਪਹਿਲਾਂ ਜਿਵੇਂ ਇੱਕ ਹਿਸਾਬ ਦਾ ਲਾ ਲਓ, 1 ਸੀਜ਼ਨ ਜਾਂ 2 ਸੀਜ਼ਨ ਇਹਨਾਂ ਨੇ ਪੈਸੇ ਪਾਉਣੇ ਨੇ, ਉਸ ਤੋਂ ਬਾਅਦ ਕਿਸੇ ਨੇ ਨਹੀਂ ਪੁੱਛਣਾ ਜੀ। ਇਹਨਾਂ ਨੇ ਸਿੱਧੀ ਜੀ ਸਾਫ਼ ਜੀ ਗੱਲ ਹੈ, ਇਹਨਾਂ ਨੇ ਲੁੱਟਣਾ ਹੀ ਹੈ। ਜਿਹੜੇ ਮਰਜ਼ੀ ਪਾਸੇ ਲੁੱਟ ਲੈਣ। ਸਾਰੀ ਗੱਲ ਹੀ ਮੋਦੀ ਸਰਕਾਰ ਦਾ ਤਾਂ ਬੇੜਾ ਗਰਕ ਹੀ ਹੋਇਆ। ਇਹ ਹੁਣ ਕਿਸਾਨਾਂ ਦਾ ਵੀ ਬੇੜਾ ਗਰਕ ਕਰ ਰਹੀ ਹੈ। ਉਹ ਪਹਿਲਾਂ ਇਹਨੇ ਰੇਲਵੇ ਪ੍ਰਾਈਵੇਟ ਕਰਨ ਦਾ ਵੀ ਆਰਡਰ ਕੱਢ ਦਿੱਤੇ ਨੇ, ਤੇ ਹੁਣ ਉਧਰ ਤਾਂ ਮੰਜੀ ਠੋਕਤੀ। ਹੁਣ ਕਿਸਾਨਾਂ ਤੇ ਕਿਸਾਨ ਰਹਿ ਗਏ ਸੀ, ਉਹਨਾਂ ਦੀ ਵੀ ਠੋਕ ਰਿਹਾ। ਹੁਣ ਮੋਦੀ ਨੇ ਤਾਂ ਬਸ ਆਹ ਕਰਤਾ ਕੰਮ। ਤੁਸੀਂ ਯੰਗ ਜਨਰੇਸ਼ਨ ਹੋ, ਹੈ ਨਾ, ਤੇ ਤੁਸੀਂ ਇੱਥੇ ਕਾਫੀ ਮਹੀਨੇ ਤੋਂ ਇੱਥੇ ਹੈਗੇ ਹੋ। ਘਰ ਦੀ ਯਾਦ ਨਹੀਂ ਆਉਂਦੀ? ਘਰ ਦੀ ਯਾਦ ਹੁਣ ਘਰ ਹੀ ਇੱਥੇ ਆ ਜੀ। ਸਾਰੇ ਆਪਣੀ ਨੇ, ਅੱਡ ਕੌਣ ਹੈ ਜੀ? ਆਪਾਂ ਸਾਰੇ ਪੰਜਾਬੀ ਭਰਾ ਵੀਰ ਪਿਓ ਸਾਡੇ ਇੱਥੇ ਬੈਠੇ ਨੇ ਜੀ। ਪਿੰਡ ਦੇ ਵੀ ਆਉਂਦੇ ਨੇ, ਅਸੀਂ ਵੀ ਆਏ ਹਾਂ। ਹੁਣ ਕੋਈ ਆਸ ਲੈ ਕੇ ਆਏ ਹਾਂ ਜੀ ਕਿ ਬਣੇਗਾ ਕੁਛ। ਵਾਪਸ ਤਾਂ ਹੁਣ ਮੁੜਦੇ ਨਹੀਂ ਸੁੱਕੇ, ਕਿਉਂਕਿ ਅਸੀਂ ਵੀ ਜ਼ਮੀਨਾਂ ਵਾਲੇ ਹਾਂ। ਤਾਂ ਇਹ ਡਰ ਕਿਉਂ ਹੈ ਤੁਹਾਡੇ ਦਿਲਾਂ ਦੇ ਅੰਦਰ ਕਿ ਸਾਰੇ ਕਿਸਾਨਾਂ ਦੇ ਨਾਲ ਜਦੋਂ ਮੈਂ ਗੱਲਬਾਤ ਕਰ ਰਿਹਾ ਤਾਂ ਉਹ ਕਹਿ ਰਹੇ ਨੇ ਕਿ ਮੋਦੀ ਸਾਡੀ ਜ਼ਮੀਨ ਨੂੰ ਖੋ ਰਿਹਾ? ਇਹ ਵਾਲਾ ਡਰ ਕਿੱਥੋਂ ਆਇਆ? ਖੋ ਹੀ ਰਿਹਾ ਜੀ। ਇਹ ਤਾਂ ਉਹਨੇ ਜਾਂ ਤਾਂ ਹੋਏ ਕਿ ਆਪਾਂ ਨੂੰ ਉਹਨੇ ਕੋਈ ਐਫੀਡੇਵਿਟ ਦੇਗਾ ਲਿਖ ਕੇ ਕਿ ਆਹ ਜ਼ਮੀਨ ਤੁਹਾਡੀ ਹੈ, ਇਹਦਾ ਤੁਹਾਨੂੰ ਇੰਨਾ ਠੇਕਾ ਆਏਗਾ ਤੇ ਇੰਨਾ ਤੁਹਾਨੂੰ ਪਹਿਲਾਂ ਮਿਲੇਗਾ, ਇੰਨਾ ਐਡਵਾਂਸ, ਇੰਨਾ ਇਹ ਫਸਲ ਤੋਂ ਬਾਅਦ। ਕੁਝ ਵੀ ਨਹੀਂ ਹੈ। ਉਹ ਪ੍ਰਾਈਵੇਟ ਸੈਕਟਰ ਵਾਲੇ ਨੇ। ਪਹਿਲਾਂ ਉਹੀ ਗੱਲ ਹੋ ਗਈ ਨਾ, ਸਰਕਾਰ ਤਾਂ ਇੱਕ ਵਾਰੀ ਬਸ ਕਹਿ ਦਿੰਦੀ ਹੈ, ਬਾਕੀ ਕੰਮ ਤਾਂ ਉਹਨਾਂ ਨੇ ਜਿਹੜੇ ਚਮਚੇ ਰੱਖੇ ਨੇ ਉਹਨਾਂ ਨੇ ਹੀ ਕਰਨਾ। ਉਹਨਾਂ ਨੇ ਕਿੱਥੋਂ ਪੈਸੇ ਦੇਣੇ ਨੇ? ਪਹਿਲਾਂ ਤਾਂ ਅਸੀਂ ਹੁਣ ਆੜਤੀਏ ਨੇ, ਆੜਤੀਆਂ ਦਾ ਹੁਣ ਇਹਨਾਂ ਨੇ ਰੋਲ ਖਤਮ ਕੀਤਾ। ਜੇ ਸਾਨੂੰ ਵੇਲੇ ਕੁ ਵੇਲੇ ਲੋੜ ਪੈਂਦੀ, ਸਾਡੇ ਤਾਂ ਆੜਤੀਏ ਹੀ ਨੇ ਨਾ। ਅਸੀਂ ਅਗਲੇ ਸੀਜ਼ਨ ਦੇ ਵਿੱਚੋਂ ਕਟਾ ਦਿੰਦੇ ਹਾਂ ਉਹਨਾਂ ਨੂੰ, ਪੈਸਾ ਪਹਿਲਾਂ ਫੜ ਲੈਂਦੇ ਹਾਂ। ਹੁਣ ਅਸੀਂ ਇਹ ਕੰਮ ਕਿੱਥੋਂ ਕਰਾਂਗੇ ਜੇ ਬੰਦੇ ਨੂੰ ਲੋੜ ਹੀ ਪਹਿਲਾਂ ਪੈ ਜੇ? ਨਹੀਂ, ਸਰਕਾਰ ਤਾਂ ਇਹ ਕਹਿੰਦੀ ਹੈ ਕਿ ਇਹ ਤਾਂ ਕਿਸਾਨਾਂ ਦੀ ਮੰਗ ਸੀਗੀ। ਕਿਸਾਨਾਂ ਦੀ ਕੋਈ ਮੰਗ ਨਹੀਂ ਜੀ। ਇਹ ਕਿਸਾਨ ਤਾਂ ਆੜਤੀਏ ਨਾਲ ਹੀ ਕੁਛ ਨਹੀਂ। ਆੜਤੀਆ ਹੀ ਸੈੱਟ ਰਹਿੰਦਾ ਇਹਨਾਂ ਨੂੰ, ਕਿਉਂਕਿ ਜਿਹੜਾ ਮੰਡੀਆਂ ਦੇ ਵਿੱਚ ਰੇਟ ਹੈ, ਇਹਨਾਂ ਨੇ ਰੇਟ ਹੀ ਨਹੀਂ ਚੱਕਣਾ ਫਿਰ ਸਾਡਾ। ਜਾਂ ਮੋਇਸਚਰ ਦਾ ਲਾ ਦਿੰਦੇ ਨੇ, ਇਹਦਾ ਇੰਨਾ ਹੀ, ਇਹਦਾ ਇੰਨਾ ਹੀ, ਇਹਦਾ ਇੰਨਾ ਹੀ, ਉਹੀ ਰੇਟ ਡਾਊਨ ਕਰੀ ਜਾਂਦੇ ਨੇ। ਕਦੀ ਉੱਪਰ ਕਰ ਦਿੰਦੇ ਨੇ, ਕਦੀ ਥੱਲੇ। ਉੱਪਰ ਤਾਂ ਕਦੀ ਕੀਤਾ ਨਹੀਂ, ਥੱਲੇ ਹੀ ਜਾ ਰਿਹਾ। ਤੇ ਫਿਰ ਹੁਣ ਇਸ ਜਿਹੜਾ ਸਾਰਾ ਹੈਗਾ ਇਹਦਾ ਹੱਲ ਕਿਵੇਂ ਨਿਕਲੇਗਾ? ਕਿਉਂਕਿ ਜਨਵਰੀ ਤੋਂ ਲੈ ਕੇ ਹਾਲੇ ਤੱਕ ਕੋਈ ਵੀ ਮੀਟਿੰਗ ਨਹੀਂ ਹੋਈ ਹੈ। ਹੱਲ ਹੁਣ ਬੈਠੇ ਆ ਜੀ, ਕੁਝ ਨਾ ਕੁਝ ਤਾਂ ਆਰਦੀ ਪਾਰਦੀ ਤਾਂ ਹੋਏਗੀ ਜੀ। ਹੁਣ ਬਿਨਾਂ ਅਸੀਂ ਜਿੱਤੇ ਜਾ ਵੀ ਨਹੀਂ ਸਕਦੇ ਹੁਣ ਘਰੇ। ਗੱਲ ਇਹ ਅਣਖਾਂ ਤੇ ਵੀ ਹੈ। ਜੇ ਅਸੀਂ ਵਾਪਸ ਘਰੇ ਮੁੜ ਜਾਂਦੇ ਹਾਂ, ਅਸੀਂ ਕੀ ਮੂੰਹ ਲੈ ਕੇ ਜਾਵਾਂਗੇ? ਫਿਰ ਲੋਕ ਚਿੱਤਰ ਨਾ ਮਾਰਨਗੇ ਸਾਡੇ ਮੂੰਹ ਤੇ ਸਨ ਮੇਰੇ ਨਾਲ ਪਟਿਆਲੇ ਤੋਂ ਆਏ ਨੇ ਨੌਜਵਾਨ ਨੇ। ਖਾਸ ਕਰ ਇਹਨਾਂ ਦੇ ਵਿੱਚੋਂ ਇੱਕ ਜਿਨ੍ਹਾਂ ਦਾ ਨਾਮ ਮਨੀ ਹੈ, ਉਹ ਖਾਸ ਕਰ ਆਸਟ੍ਰੇਲੀਆ ਤੋਂ ਇਸੇ ਕਿਸਾਨੀ ਅੰਦੋਲਨ ਲਈ ਆਏ ਨੇ। ਲੇਕਿਨ ਜਿਨ੍ਹਾਂ ਨੌਜਵਾਨ ਕਿਸਾਨਾਂ ਨਾਲ ਆਪਾਂ ਗੱਲ ਕੀਤੀ, ਉਹਨਾਂ ਦਾ ਸਾਫ਼ ਤੌਰ ਤੇ ਇਹੀ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਜਿਹੜੇ 3 ਨਵੇਂ ਖੇਤੀ ਕਾਨੂੰਨ ਲੈ ਕੇ ਆਈ ਹੈ, ਜਿਨ੍ਹਾਂ ਦੀ ਮੰਗ ਹੀ ਕਿਸਾਨਾਂ ਨੇ ਨਹੀਂ ਕੀਤੀ ਸੀ, ਆਖਰ ਖਾਮਖਾ ਉਹਨਾਂ ਦੇ ਉੱਤੇ ਪਾ ਦਿੱਤੇ ਗਏ ਨੇ, ਉਹਨਾਂ ਨੂੰ ਰੱਦ ਕੀਤਾ ਜਾਵੇ। ਤੇ ਜਦੋਂ ਤੱਕ ਰੱਦ ਨਹੀਂ ਹੁੰਦੇ, ਹਰ ਇੱਕ ਕਿਸਾਨ ਜਿਹੜਾ ਇਸ ਵਕਤ ਕਿਸਾਨੀ ਮੋਰਚੇ ਤੇ ਡਟਿਆ ਹੋਇਆ, ਉਸ ਦਾ ਇਹੀ ਕਹਿਣਾ ਹੈ ਕਿ ਜਦ ਤੱਕ ਇਹ 3 ਨਵੇਂ ਖੇਤੀ ਕਾਨੂੰਨ ਕੇਂਦਰ ਸਰਕਾਰ ਰੱਦ ਨਹੀਂ ਕਰਦੀ, ਉਹ ਖਾਲੀ ਹੱਥ ਵਾਪਸ ਕਰ ਨਹੀਂ ਜਾਣਗੇ। ਕੈਮਰਾਮੈਨ ਪਿਊਸ਼ ਦੇ ਨਾਲ ਪ੍ਰਕਾਸ਼ ਫੁਲਾਰਾ, ਸਕਾਈ ਨਿਊਜ਼ ਪੰਜਾਬ, ਚੰਡੀਗੜ੍ਹ।